ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲੋਂ ਨਾਲ ਮਿਲਦੇ ਰਹਿਣ। ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ। ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ 4 DBMS ਨਾਲ ਜਾਣ ਪਛਾਣ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ। ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ DBMS ਦਾ ਪੂਰਾ ਨਾਮ ਹੁੰਦਾ ਡਾਟਾਬੇਸ ਮੈਨੇਜਮੈਂਟ ਸਿਸਟਮ। ਤੇ ਡਾਟਾਬੇਸ ਕੀ ਹੁੰਦਾ ਹੈ? ਡਾਟਾਬੇਸ ਸੰਬੰਧਿਤ ਸੂਚਨਾ ਦਾ ਸੰਗ੍ਰਹਿ ਹੁੰਦਾ ਹੈ। ਅਸੀਂ ਕੰਪਿਊਟਰ ਦੇ ਉੱਪਰ ਜੋ ਵੀ ਡਾਟਾ ਆਨਲਾਈਨ ਸਟੋਰ ਕਰਦੇ ਹਾਂ ਜਾਂ ਆਫਲਾਈਨ ਸਟੋਰ ਕਰਦੇ ਹਾਂ ਉਹ ਇੱਕ ਡਾਟਾਬੇਸ ਦਾ ਕੰਮ ਕਰਦਾ ਹੈ। ਤੇ ਡਾਟਾਬੇਸ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਸੌਫਟਵੇਅਰ ਵਰਤੇ ਜਾਂਦੇ ਨੇ, ਜਿੱਦਾਂ ਅਸੀਂ ਕਹਿ ਸਕਦੇ ਹਾਂ MS ਐਕਸੈਸ, ਓਰੈਕਲ ਜਾਂ SQL। ਇਹ ਕੁਝ ਸੌਫਟਵੇਅਰ ਨੇ ਜਿਹੜੇ ਇਹਦੇ 'ਚ ਵਰਤੇ ਜਾਂਦੇ ਨੇ। ਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇਕਰ ਆਪਾਂ MS ਐਕਸੈਸ ਦੀ ਗੱਲ ਕਰੀਏ ਜਾਂ ਓਰੈਕਲ ਦੀ ਗੱਲ ਕਰੀਏ ਤੇ ਉਹਦੇ ਅੰਦਰ ਜਿਹੜਾ ਡਾਟਾਬੇਸ ਹੈ ਉਹ ਇੱਕ ਟੇਬਲ ਦੀ ਫਾਰਮ 'ਚ ਸਟੋਰ ਹੁੰਦਾ ਹੈ। ਤੇ ਟੇਬਲ ਬਾਰੇ ਤੁਹਾਨੂੰ ਪਤਾ ਹੈ ਕਿ ਟੇਬਲ ਕਿਹਦਾ ਬਣਿਆ ਹੁੰਦਾ? ਰੋਜ਼ ਅਤੇ ਕਾਲਮਾਂ ਦਾ। ਕਿ ਟੇਬਲ ਇਜ਼ ਦਾ ਕਲੈਕਸ਼ਨ ਆਫ ਰੋਜ਼ ਐਂਡ ਕਾਲਮਸ। ਕਿ ਟੇਬਲ ਵਿੱਚ ਰੋ ਅਤੇ ਕਾਲਮ ਵਰਤੇ ਜਾਂਦੇ ਹਨ। ਤੇ ਜਦੋਂ ਆਪਾਂ ਡਾਟਾਬੇਸ ਦੀ ਗੱਲ ਕਰਦੇ ਹਾਂ ਤੇ ਜਿਹੜੇ ਕਾਲਮ ਹੈ ਤੇ ਉਹਦੇ 'ਚ ਕਾਲਮ ਨੂੰ ਐਟਰੀਬਿਊਟਸ ਵੀ ਕਿਹਾ ਜਾਂਦਾ ਹੈ ਤੇ ਫੀਲਡ ਵੀ ਕਿਹਾ ਜਾਂਦਾ ਹੈ। ਤੇ ਜਿਹੜੀਆਂ ਤੁਹਾਡੀਆਂ ਰੋਜ਼ ਹੈਗੀਆਂ ਉਹਨਾਂ ਨੂੰ ਰਿਕਾਰਡਸ ਜਾਂ ਟੱਪਲ ਕਿਹਾ ਜਾਂਦਾ ਹੈ। ਮਤਲਬ ਕਿ ਕਾਲਮਾਂ ਦੇ ਅੰਦਰ ਆਪਾਂ ਫੀਲਡ ਲਿਖਦੇ ਹਾਂ। ਫੀਲਡ ਜਿਹਨਾਂ ਦੇ ਹੈਡਿੰਗ ਜਿੱਦਾਂ ਰੋਲ ਨੰਬਰ, ਨੇਮ, ਕਲਾਸ। ਤੇ ਰਿਕਾਰਡ, ਟੱਪਲ ਜਾਂ ਰੋ ਦਾ ਮਤਲਬ ਕੀ ਹੈ ਕਿ ਉਹਨਾਂ ਹੈਡਿੰਗਸ ਦੇ ਨੀਚੇ ਜੋ ਵੀ ਆਪਾਂ ਇਨਫੋਰਮੇਸ਼ਨ ਲਿਖਣੀ ਹੈ, ਚਾਹੇ ਬੱਚਿਆਂ ਦੇ ਨਾਮ ਲਿਖਣੇ ਹੈ ਜਾਂ ਕਿਸੇ ਦਫ਼ਤਰ ਦੇ ਕਰਮਚਾਰੀਆਂ ਦੇ ਨਾਮ ਲਿਖਣੇ ਹੈ ਜਾਂ ਉਹਨਾਂ ਦੀ ਇਨਫੋਰਮੇਸ਼ਨ ਲਿਖਣੀ ਹੈ, ਉਸਨੂੰ ਕਿਹਾ ਜਾਂਦਾ ਹੈ ਰੋਜ਼ ਜਾਂ ਰਿਕਾਰਡਸ। ਤੇ ਹੁਣ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਤੇ ਪਹਿਲਾ ਪ੍ਰਸ਼ਨ ਹੈ, ਡਾਟਾਬੇਸ ਤੋਂ ਕੀ ਭਾਵ ਹੈ? ਇੱਕ ਦੂਜੇ ਨਾਲ ਸੰਬੰਧਿਤ ਸੂਚਨਾਵਾਂ ਦੇ ਸਮੂਹ ਨੂੰ ਡਾਟਾਬੇਸ ਕਿਹਾ ਜਾਂਦਾ ਹੈ। ਡਾਟਾਬੇਸ ਇੱਕ ਸਾਰਣੀਬੱਧ ਰੂਪ ਵਿੱਚ ਹੁੰਦਾ ਹੈ। ਡਾਟਾਬੇਸ ਵਿੱਚ ਸੂਚਨਾ ਦੀ ਉਚਿਤ ਵਿਵਸਥਾ ਹੁੰਦੀ ਹੈ। ਡਾਟਾਬੇਸ ਤੋਂ ਯੂਜ਼ਰ ਆਪਣੀ ਲੋੜ ਮੁਤਾਬਕ ਸੂਚਨਾ ਪ੍ਰਾਪਤ ਕਰ ਸਕਦਾ ਹੈ। ਉਦਾਹਰਨ ਵਜੋਂ ਸਕੂਲ ਵਿੱਚ ਵਿਦਿਆਰਥੀਆਂ ਦਾ ਰਿਕਾਰਡ ਜਾਂ ਕੰਪਨੀ ਵਿੱਚ ਕਰਮਚਾਰੀਆਂ ਦੀ ਸੂਚਨਾ ਆਦਿ। ਮਤਲਬ ਕਿ ਜਿੱਦਾਂ ਸਕੂਲ 'ਚ ਅਸੀਂ ਵਿਦਿਆਰਥੀਆਂ ਦਾ ਆਨਲਾਈਨ ਜਿਹੜਾ ਰਿਕਾਰਡ ਰੱਖਦੇ ਹਾਂ ਉਹ ਕੀ ਹੈ? ਸਾਡਾ ਇੱਕ ਡਾਟਾਬੇਸ ਹੈ। ਇਸ ਤੋਂ ਇਲਾਵਾ ਕੋਈ ਕੰਪਨੀ ਹੈ 'ਚ ਜਿੰਨੇ ਵੀ EMPLOYEES ਕੰਮ ਕਰਦੇ ਹੈ ਉਹਨਾਂ ਦੀ ਪੂਰੀ ਇਨਫੋਰਮੇਸ਼ਨ, ਉਹਨਾਂ ਦੀ ਸੈਲਰੀ ਸਟੇਟਮੈਂਟ ਵਗੈਰਾ ਜਦੋਂ ਮੇਨਟੇਨ ਕੀਤੀ ਜਾਂਦੀ ਹੈ ਉਹ ਵੀ ਇੱਕ ਡਾਟਾਬੇਸ ਦੇ ਰੂਪ ਵਿੱਚ ਮੇਨਟੇਨ ਕੀਤੀ ਜਾਂਦੀ ਹੈ। ਜਿੱਦਾਂ ਸਾਡੇ ਸਕੂਲਾਂ ਦੇ ਵਿੱਚ E-ਪੰਜਾਬ ਚੱਲਦਾ ਹੈ। E-ਪੰਜਾਬ ਸਾਈਟ ਤੇ ਵਿਦਿਆਰਥੀਆਂ ਦਾ ਡਾਟਾ ਵੀ ਹੈ ਤੇ ਸਟਾਫ ਦਾ ਡਾਟਾ ਵੀ ਮਿਲਦਾ ਹੈ। ਤੇ ਉਹ ਜਦੋਂ ਆਪਾਂ ਉਹਦੀ ਗੱਲ ਕਰੀਏ ਤਾਂ ਉਹਨੂੰ ਕਹਿ ਸਕਦੇ ਹਾਂ ਡਾਟਾਬੇਸ। ਜਿਹਦੇ ਵਿੱਚ ਵਿਦਿਆਰਥੀਆਂ ਦਾ ਡਾਟਾ ਹੈ ਉਸਨੂੰ ਸਟੂਡੈਂਟ ਡਾਟਾਬੇਸ ਕਹਿ ਸਕਦੇ ਹਾਂ। ਜਿਹਦੇ 'ਚ ਸਟਾਫ ਦਾ ਡਾਟਾ ਹੈ ਉਸਨੂੰ ਕਰਮਚਾਰੀਆਂ ਦਾ ਡਾਟਾਬੇਸ ਕਿਹਾ ਜਾ ਸਕਦਾ ਹੈ। ਤੇ ਡਾਟਾਬੇਸ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ। ਇਹਦਾ ਆਈਕਨ ਹੈ। ਦੂਜਾ ਪ੍ਰਸ਼ਨ ਹੈ, ਵੱਖ-ਵੱਖ ਤਰ੍ਹਾਂ ਦੇ ਰਿਲੇਸ਼ਨਸ਼ਿਪ ਕਿਹੜੇ ਹਨ? ਰਿਲੇਸ਼ਨਸ਼ਿਪ 3 ਕਿਸਮ ਦੇ ਹੁੰਦੇ ਹਨ। ਨੰਬਰ 1 1 to 1 ਮਤਲਬ ਇੱਕ ਤੋਂ ਇੱਕ। ਨੰਬਰ 2 ਇੱਕ ਤੋਂ ਅਨੇਕ ਮਤਲਬ 1 to many। ਤੇ ਨੰਬਰ 3 ਹੈ ਅਨੇਕ ਤੋਂ ਅਨੇਕ ਮਤਲਬ many to many। ਮਤਲਬ ਆਪਾਂ ਕਹਿ ਸਕਦੇ ਹਾਂ, ਤੁਸੀਂ ਸੱਜੇ ਪਾਸੇ ਡਾਇਗਰਾਮ ਦੇਖ ਰਹੇ ਹੋ, 1 to 1 ਮਤਲਬ ਕਿ ਕੋਈ ਇੱਕ ਕਾਰ ਕੰਪਨੀ ਹੈ ਉਹ ਇੱਕ ਹੀ ਕਾਰ ਦਾ ਮਾਡਲ ਤਿਆਰ ਕਰਦੀ ਹੈ, ਉਸਨੂੰ ਕਹਾਂਗੇ 1 to 1। ਜਾਂ ਇੱਕ ਦੇਸ਼ ਇੱਕ ਪ੍ਰਧਾਨ ਮੰਤਰੀ, ਕਿ ਇੱਕ ਦੇਸ਼ 'ਚ ਇੱਕ ਹੀ ਪ੍ਰਧਾਨ ਮੰਤਰੀ ਹੁੰਦਾ, ਉਹ ਕੀ ਹੋ ਗਿਆ? 1 to 1। 1 to many ਇੱਕ ਤੋਂ ਅਨੇਕ। ਜਿੱਦਾਂ ਡਾਕਟਰ ਤੇ ਤੁਸੀਂ ਦੇਖ ਰਹੇ ਹੋ ਇੱਧਰ ਮੈਨੀ ਬਣਾਇਆ ਦਾ ਪੇਸ਼ੈਂਟ, ਕਿ ਇੱਕ ਡਾਕਟਰ ਪੂਰੇ ਦਿਨ ਵਿੱਚ ਆਪਣੇ ਕਲੀਨਿਕ 'ਚ ਕਾਫੀ ਜ਼ਿਆਦਾ ਮਰੀਜ਼ ਦੇਖਦਾ, ਕਾਫੀ ਜ਼ਿਆਦਾ ਪੇਸ਼ੈਂਟ ਦੇਖਦਾ, ਉਹ ਕੀ ਹੋਏਗਾ? 1 to many। ਇੱਕ ਹੁੰਦਾ many to many। many to many ਦਾ ਮਤਲਬ ਤੁਸੀਂ ਦੇਖ ਰਹੇ ਹੋ ਕਿ ਇੱਥੇ ਵੀ many ਹੈ, ਇੱਧਰ ਵੀ many ਹੈ। ਮਤਲਬ ਅਨੇਕ ਤੋਂ ਅਨੇਕ ਸਟੂਡੈਂਟ ਤੇ ਸਬਜੈਕਟ। ਕਿ ਇੱਕ ਕਲਾਸ ਵਿੱਚ ਕਾਫੀ ਜ਼ਿਆਦਾ ਵਿਦਿਆਰਥੀ ਹੁੰਦੇ ਨੇ, ਕਾਫੀ ਜ਼ਿਆਦਾ ਸਟੂਡੈਂਟ ਹੁੰਦੇ ਨੇ ਤੇ ਉਹ ਇੱਕ ਤੋਂ ਵੱਧ ਸਬਜੈਕਟ ਪੜ੍ਹਦੇ ਨੇ। ਤੇ ਇਹ ਕੀ ਹੋ ਗਿਆ ਤੁਹਾਡਾ? ਅਨੇਕ ਤੋਂ ਅਨੇਕ, many to many। ਤੇ ਨੰਬਰ 3 ਹੈ ਵੱਖ-ਵੱਖ DBA ਦੇ ਨਾਮ ਦੱਸੋ। ਤੇ DBA ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ DBA ਦਾ ਮਤਲਬ ਹੁੰਦਾ ਡਾਟਾਬੇਸ ਐਡਮਿਨਿਸਟ੍ਰੇਟਰ। ਕਿ ਉਹ ਪਰਸਨ ਜਾਂ ਉਹ ਗਰੁੱਪ ਆਫ ਪਰਸਨ ਜਿਹੜੇ ਪੂਰੇ ਡਾਟਾਬੇਸ ਦੀ ਮੈਨੇਜਮੈਂਟ ਕਰਦੇ ਨੇ, ਮਤਲਬ ਕਿ ਜਿਹਨਾਂ ਦੇ ਕੰਟਰੋਲ ਵਿੱਚ ਸਾਰਾ ਡਾਟਾਬੇਸ ਹੁੰਦਾ ਉਸਨੂੰ ਕਿਹਾ ਜਾਂਦਾ ਹੈ DBA। ਤੇ DBA ਦਾ ਪੂਰਾ ਨਾਮ ਕੀ ਹੋਇਆ? ਡਾਟਾਬੇਸ ਐਡਮਿਨਿਸਟ੍ਰੇਟਰ। ਤੇ DBA 4 ਕਿਸਮ ਦੇ ਹੁੰਦੇ ਹਨ। ਨੰਬਰ 1 ਐਡਮਿਨਿਸਟ੍ਰੇਟਿਵ DBA। ਨੰਬਰ 2 ਡਿਵੈਲਪਮੈਂਟ DBA। ਨੰਬਰ 3 ਆਰਕੀਟੈਕਟ DBA।
ਤੇ ਨੰਬਰ 4 ਵੇਅਰਹਾਊਸ DBA। ਇਹ 4 ਤਰ੍ਹਾਂ ਦੇ ਡਾਟਾਬੇਸ ਐਡਮਿਨਿਸਟ੍ਰੇਟਰ ਨੇ ਜਿਹੜੇ ਕਿਸੇ ਵੀ ਡਾਟਾਬੇਸ ਵਿੱਚ ਵਰਤੇ ਜਾਂਦੇ ਨੇ। ਤੇ ਚੌਥਾ ਪ੍ਰਸ਼ਨ ਹੈ SQL ਕੀ ਹੈ। ਇਸ ਦਾ ਪੂਰਾ ਨਾਮ ਸਟਰਕਚਰ ਕੁਐਰੀ ਲੈਂਗੁਏਜ ਹੈ। ਪਹਿਲੇ ਇਹਨੂੰ SQL ਵੀ ਬੋਲਦੇ ਸੀ, ਬਟ SQL ਤੋਂ ਬਾਅਦ ਜਿਹੜੀ ਲੈਂਗੁਏਜ ਆਈ ਉਸ ਨੂੰ ਕਿਹਾ ਜਾਂਦਾ ਹੈ SQL ਜਾਂ ਸਟਰਕਚਰ ਕੁਐਰੀ ਲੈਂਗੁਏਜ। ਇਹ ਇੱਕ ਹਾਈ ਲੈਵਲ ਭਾਸ਼ਾ ਹੈ। ਇਸ ਦੀ ਵਰਤੋਂ ਰਿਲੇਸ਼ਨਲ ਡਾਟਾਬੇਸ ਵਿੱਚ ਕੀਤੀ ਜਾਂਦੀ ਹੈ। ਰਿਲੇਸ਼ਨਲ ਡਾਟਾਬੇਸ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਰਿਲੇਸ਼ਨਲ ਡਾਟਾਬੇਸ ਉਹ ਡਾਟਾਬੇਸ ਹੁੰਦਾ ਹੈ ਜਿਹਦੇ ਵਿੱਚ ਸਾਡੀ ਸੂਚਨਾ ਜਿਹੜੀ ਹੈ ਉਹ ਟੇਬਲ ਦੇ ਰੂਪ ਵਿੱਚ ਸਟੋਰ ਹੁੰਦੀ ਹੈ। ਟੇਬਲ ਦਾ ਮਤਲਬ ਰੋ ਅਤੇ ਕਾਲਮਾਂ ਦੇ ਰੂਪ ਵਿੱਚ ਸਟੋਰ ਹੁੰਦੀ ਹੈ। ਇਹ ਇੱਕ ਸਧਾਰਨ ਅਤੇ ਸ਼ਕਤੀਸ਼ਾਲੀ ਭਾਸ਼ਾ ਹੈ ਜਿਸ ਦੀ ਵਰਤੋਂ ਡਾਟਾਬੇਸ ਵਿੱਚ ਡਾਟਾ ਨੂੰ ਬਣਾਉਣ, ਐਡਿਟ ਕਰਨ, ਸਟੋਰ ਕਰਨ ਅਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਮਤਲਬ ਕਿ ਜਦੋਂ ਆਪਾਂ ਡਾਟਾਬੇਸ ਦੇ ਵਿੱਚ ਕੰਮ ਕਰ ਲੈਂਦੇ ਹਾਂ ਜਾਂ ਡਾਟਾਬੇਸ ਨੂੰ ਸਟੋਰ ਕਰ ਲੈਂਦੇ ਹਾਂ, ਹੁਣ ਉਸ ਡਾਟਾਬੇਸ ਨੂੰ ਕ੍ਰੀਏਟ ਕਰਨਾ ਹੈ, ਉਸ ਡਾਟਾ ਵਿੱਚ ਕੋਈ ਚੇਂਜ ਕਰਨੀ ਹੈ ਜਾਂ ਡਾਟਾਬੇਸ ਨੂੰ ਫੈਚ ਕਰਨਾ ਹੈ ਤੇ ਉਹ ਅਸੀਂ SQL ਲੈਂਗੁਏਜ ਦੀ ਮਦਦ ਨਾਲ ਕਰ ਸਕਦੇ ਹਾਂ। ਇਹ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਉੱਤੇ ਆਧਾਰਿਤ ਹੈ। ਤੇ SQL ਦਾ ਪੂਰਾ ਨਾਮ ਕੀ ਹੈ? ਸਟਰਕਚਰ ਕੁਐਰੀ ਲੈਂਗੁਏਜ। ਤੇ ਜੇਕਰ ਅਸੀਂ ਕਿਸੇ ਵੀ ਡਾਟਾਬੇਸ ਤੇ ਕਿਸੇ ਵੀ ਕਿਸਮ ਦੀ ਮੈਨੂਪੂਲੇਸ਼ਨ ਕਰਨੀ ਹੈ ਤੇ ਉਹਦੇ ਲਈ ਜਿਹੜੀ ਲੈਂਗੁਏਜ ਵਰਤੀ ਜਾਂਦੀ ਉਸ ਨੂੰ SQL ਕਿਹਾ ਜਾਂਦਾ ਹੈ। ਤੇ ਜਦੋਂ ਆਪਾਂ Oracle ਜਾਂ SQL ਭਾਸ਼ਾ ਵਿੱਚ ਕੰਮ ਕਰਦੇ ਹਾਂ ਉਸ ਟਾਈਮ ਤੇ SQL ਲੈਂਗੁਏਜ ਹੀ ਵਰਤੀ ਜਾਂਦੀ ਹੈ। ਤੇ ਪੰਜਵਾਂ ਪ੍ਰਸ਼ਨ ਹੈ ਕੀਜ਼ ਕਿੰਨੇ ਕਿਸਮ ਦੀਆਂ ਹੁੰਦੀਆਂ ਹਨ। ਕੀਜ਼ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ। ਜਿਹੜੇ ਕੀਜ਼ ਹੈ ਇਹ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ। ਇਹਨਾਂ ਦੀ ਵਰਤੋਂ ਟੇਬਲਸ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ। ਜੋੜਨ ਮਤਲਬ ਕਿ ਕਈ ਵਾਰੀ ਸਾਡੇ ਕੋਲ ਬਹੁਤ ਜ਼ਿਆਦਾ ਡਾਟਾ ਹੁੰਦਾ ਹੈ, ਉਹ ਇੱਕ ਟੇਬਲ ਵਿੱਚ ਨਹੀਂ ਆ ਪਾਉਂਦਾ। ਅਸੀਂ ਚਾਹੁੰਦੇ ਹਾਂ ਕਿ ਵੱਖ-ਵੱਖ ਟੇਬਲਾਂ ਦੇ ਵਿੱਚ ਉਸ ਡਾਟਾ ਨੂੰ ਸਟੋਰ ਕਰ ਲਿਆ ਜਾਵੇ। ਜਦੋਂ ਵੱਖ-ਵੱਖ ਟੇਬਲਾਂ 'ਚ ਸਟੋਰ ਕਰ ਲਿਆ ਤੇ ਜੇਕਰ ਅਸੀਂ ਉਹਨਾਂ ਨੂੰ ਜੋੜਨਾ ਹੈ ਤੇ ਉਹਨਾਂ ਨੂੰ ਜੋੜਨ ਦਾ ਜਿਹੜਾ ਤਰੀਕਾ ਹੈ ਉਹ ਕੌਣ ਮੁਹੱਈਆ ਕਰਵਾਉਂਦੀਆਂ ਨੇ? ਕੀਜ਼। ਤੇ ਜਿਹੜੀਆਂ ਕੀਜ਼ ਹੈ ਇਹ ਯਕੀਨੀ ਬਣਾਉਂਦੀਆਂ ਹਨ ਕਿ ਟੇਬਲ ਵਿੱਚ ਹਰ ਰਿਕਾਰਡ ਨੂੰ ਇੱਕ ਜਾਂ ਇੱਕ ਤੋਂ ਵੱਧ ਫੀਲਡ ਦੇ ਸੁਮੇਲ ਤੋਂ ਵੱਖਰੇ ਤੌਰ ਤੇ ਜਾਣਿਆ ਜਾ ਸਕਦਾ ਹੈ। ਤੇ ਫੀਲਡ ਦਾ ਮਤਲਬ ਦੱਸਿਆ ਤੁਹਾਨੂੰ ਕਾਲਮ ਕਿ ਜਿਹੜੇ ਹੈਡਿੰਗ ਹੁੰਦੇ ਨੇ, ਮਤਲਬ ਕਿ ਇਹ ਹਰ ਰਿਕਾਰਡ ਨੂੰ ਯੂਨੀਕਲੀ ਆਇਡੈਂਟੀਫਾਈ ਕਰਦੀਆਂ ਨੇ। ਕੀਜ਼ 5 ਕਿਸਮ ਦੀਆਂ ਹੁੰਦੀਆਂ ਹਨ। ਸਭ ਤੋਂ ਪਹਿਲੇ ਕੀ ਹੈ? ਸੁਪਰ ਕੀ। ਸੁਪਰ ਕੀ ਐਟਰੀਬਿਊਟਸ ਦਾ ਉਹ ਸੰਗ੍ਰਹਿ ਹੈ ਜੋ ਕਿ ਟੇਬਲ ਦੇ ਵਿਚਕਾਰ ਰਿਕਾਰਡ ਨੂੰ ਵੱਖਰੇ ਤੌਰ ਤੇ ਪਛਾਣਦੀਆਂ ਹਨ। ਮਤਲਬ ਕਿ ਜੇਕਰ ਕਿਸੇ ਰੋ ਨੂੰ ਜਾਂ ਰਿਕਾਰਡ ਨੂੰ ਵੱਖਰੇ ਤੌਰ ਤੇ ਆਇਡੈਂਟੀਫਾਈ ਕਰਨਾ ਹੈ ਉਹਦੇ ਲਈ ਆਪਾਂ ਸੁਪਰ ਕੀ ਦੀ ਵਰਤੋਂ ਕਰਦੇ ਹਾਂ। ਨੰਬਰ 2 ਹੈ ਕੈਂਡੀਡੇਟ ਕੀ। ਕੈਂਡੀਡੇਟ ਕੀਜ਼ ਫੀਲਡਸ ਦਾ ਉਹ ਸੰਗ੍ਰਹਿ ਹਨ ਜਿਨ੍ਹਾਂ ਵਿੱਚੋਂ ਪ੍ਰਾਇਮਰੀ ਕੀ ਦੀ ਚੋਣ ਕੀਤੀ ਜਾਂਦੀ ਹੈ। ਤੇ ਪ੍ਰਾਇਮਰੀ ਕੀ ਬਾਰੇ ਦੱਸਣਾ ਚਾਹਾਂਗਾ ਕਿ ਪ੍ਰਾਇਮਰੀ ਕੀਜ਼ ਉਹ ਕੀਜ਼ ਹੁੰਦੀਆਂ ਜਿਨ੍ਹਾਂ ਦੇ ਵਿੱਚ ਡੁਪਲੀਕੇਟ ਡਾਟਾ ਐਂਟਰ ਨਹੀਂ ਹੁੰਦਾ। ਮਤਲਬ ਕਿ ਜੇਕਰ ਅਸੀਂ ਕਿਸੇ ਫੀਲਡ ਤੇ ਪ੍ਰਾਇਮਰੀ ਕੀ ਲਗਾ ਦਾਂਗੇ ਉਹਦੇ 'ਚ ਡੁਪਲੀਕੇਟ ਵੈਲਿਊ ਤੇ ਨਲ ਵੈਲਿਊ ਐਂਟਰ ਨਹੀਂ ਹੋਵੇਗੀ, ਨਲ ਹੁੰਦੀ ਹੈ ਖਾਲੀ। ਤੇ ਮਤਲਬ ਆਪਾਂ ਕੈਂਡੀਡੇਟ ਕੀ ਬਾਰੇ ਕਹਿ ਸਕਦੇ ਹਾਂ ਕਿ ਕੈਂਡੀਡੇਟ ਕੀ ਦੀ ਮਦਦ ਨਾਲ ਫੀਲਡਸ ਵਿੱਚੋਂ ਅਸੀਂ ਪ੍ਰਾਇਮਰੀ ਕੀ ਦੀ ਚੋਣ ਕਰ ਸਕਦੇ ਹਾਂ। ਨੰਬਰ 3 ਹੈ ਪ੍ਰਾਇਮਰੀ ਕੀ। ਪ੍ਰਾਇਮਰੀ ਕੀ ਬਾਰੇ ਤੁਹਾਨੂੰ ਦੱਸਿਆ ਕਿ ਪ੍ਰਾਇਮਰੀ ਕੀ ਇੱਕ ਕੈਂਡੀਡੇਟ ਕੀ ਹੈ ਜੋ ਟੇਬਲ ਦੀ ਮੁੱਖ ਕੀ ਬਣਾਉਣ ਲਈ ਕੀਤੀ ਜਾਂਦੀ ਹੈ। ਤੇ ਇਹ ਉਹ ਕੀ ਹੈ ਜੋ ਟੇਬਲ ਵਿਚਲੇ ਰਿਕਾਰਡ ਦੀ ਵੱਖਰੇ ਤੌਰ ਤੇ ਪਛਾਣ ਕਰਦੀ ਹੈ। ਵੱਖਰਾ ਪਛਾਣ ਕਿ ਉਹ ਫੀਲਡ ਜਿਨ੍ਹਾਂ ਦੇ ਵਿੱਚ ਡੁਪਲੀਕੇਟ ਇਨਫੋਰਮੇਸ਼ਨ ਨਾ ਹੋਵੇ, ਜਿੱਦਾਂ ਰੋਲ ਨੰਬਰ, ਰਜਿਸਟ੍ਰੇਸ਼ਨ ਨੰਬਰ, ਆਧਾਰ ਕਾਰਡ ਨੰਬਰ। ਇਹ ਕੁਝ ਐਸੇ ਫੀਲਡ ਹੈ ਜਿਹੜੇ ਪ੍ਰਾਇਮਰੀ ਕੀ ਦੇ ਵਿੱਚ ਵਰਤੇ ਜਾ ਸਕਦੇ, ਮਤਲਬ ਜਿਹਦੇ 'ਚ ਡੁਪਲੀਕੇਟ ਵੈਲਿਊ ਨਾ ਆਵੇ। ਨੰਬਰ 4 ਹੈ ਕੰਪੋਜ਼ਿਟ ਕੀ। ਜਦੋਂ 2 ਜਾਂ 2 ਤੋਂ ਵੱਧ ਫੀਲਡਸ ਦੇ ਉੱਪਰ ਪ੍ਰਾਇਮਰੀ ਕੀ ਲਾਗੂ ਕਰ ਦਿੱਤੀ ਜਾਵੇ ਤਾਂ ਉਸਨੂੰ ਕੰਪੋਜ਼ਿਟ ਕੀ ਕਿਹਾ ਜਾਂਦਾ ਹੈ। ਮਤਲਬ 2 ਜਾਂ 2 ਤੋਂ ਜ਼ਿਆਦਾ ਜਦੋਂ ਫੀਲਡਸ ਦੇ ਉੱਪਰ ਆਪਾਂ ਕੋਈ ਡੁਪਲੀਕੇਟ ਵੈਲਿਊ ਐਂਟਰ ਨਾ ਕਰ ਪਾਈਏ ਉਸਨੂੰ ਕਹਿੰਦੇ ਆ ਕੰਪੋਜ਼ਿਟ ਕੀ। ਤੇ ਨੰਬਰ 5 ਹੈ ਫੋਰਨ ਕੀ। ਫੋਰਨ ਕੀ ਜਿਹੜੀ ਹੈ ਇਹਦੀ ਮਦਦ ਵੀ ਰਿਲੇਸ਼ਨਲ ਡਾਟਾਬੇਸ ਵਿੱਚ ਕੀਤੀ ਜਾਂਦੀ ਹੈ। ਇਹਦੀ ਮਦਦ ਨਾਲ ਅਸੀਂ 2 ਜਾਂ 2 ਤੋਂ ਵੱਧ ਟੇਬਲ ਦੇ ਵਿਚਕਾਰ ਲਿੰਕ ਕ੍ਰੀਏਟ ਕਰ ਸਕਦੇ ਹਾਂ। ਕਿ ਜੇਕਰ ਅਸੀਂ ਟੇਬਲਾਂ ਨੂੰ ਆਪਸ ਵਿੱਚ ਜੋੜਨਾ ਹੈ ਤੇ ਉਹਦੇ ਲਈ ਸਾਨੂੰ ਫੋਰਨ ਕੀ ਦੀ ਮਦਦ ਲੈਣੀ ਪਵੇਗੀ। ਤੇ ਫੋਰਨ ਕੀ ਦੇ ਵਿੱਚ ਸਾਡੇ ਕੋਲ 2 ਟੇਬਲਸ ਹੋ ਸਕਦੇ ਆ ਤੇ ਦੋਨਾਂ ਟੇਬਲ ਦੇ ਵਿੱਚ ਇੱਕ ਇੱਕ ਪ੍ਰਾਇਮਰੀ ਕੀ ਚਾਹੀਦੀ ਹੈ। ਪ੍ਰਾਇਮਰੀ ਕੀ ਮਤਲਬ ਕਿ ਇੱਕ ਇੱਕ ਫੀਲਡ ਐਸਾ ਚਾਹੀਦਾ ਹੈ ਜਿਹੜਾ ਦੋਨਾਂ ਵਿੱਚ ਸੇਮ ਹੋਵੇ। ਉਹ ਪਹਿਲੇ ਟੇਬਲ ਦੇ ਵਿੱਚ ਜਿਹੜੀ ਪ੍ਰਾਇਮਰੀ ਕੀ ਹੈ ਉਹ ਦੂਜੇ ਟੇਬਲ ਲਈ ਫੋਰਨ ਕੀ ਦਾ ਕੰਮ ਕਰੇਗੀ। ਤੇ ਸਧਾਰਨ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਫੋਰਨ ਕੀ ਦੀ ਮਦਦ ਨਾਲ ਅਸੀਂ 2 ਟੇਬਲਾਂ ਦੇ ਵਿੱਚ ਰਿਲੇਸ਼ਨਸ਼ਿਪ ਤਿਆਰ ਕਰ ਸਕਦੇ ਹਾਂ ਜਾਂ 2 ਟੇਬਲਾਂ ਨੂੰ ਜੋੜ ਸਕਦੇ ਹਾਂ। ਅੱਗੇ ਹੈ ਵੱਡੇ ਉਤਰਾਂ ਵਾਲੇ ਪ੍ਰਸ਼ਨ। ਤੇ ਪਹਿਲਾ ਪ੍ਰਸ਼ਨ ਹੈ ਨੋਰਮਲਾਈਜੇਸ਼ਨ ਬਾਰੇ ਜਾਣਕਾਰੀ ਦਿਓ, ਇਹ ਕਿੰਨੀ ਪ੍ਰਕਾਰ ਦੀ ਹੁੰਦੀ ਹੈ।
ਨੋਰਮਲਾਈਜੇਸ਼ਨ ਇੱਕ ਵਿਗਿਆਨਕ ਵਿਧੀ ਹੈ। ਇਸ ਦੀ ਵਰਤੋਂ ਟੇਬਲ ਦੇ ਡਾਟੇ ਨੂੰ ਸਹੀ ਤਰੀਕੇ ਨਾਲ ਵਿਵਸਥਿਤ ਕਰਨ ਲਈ ਕੀਤੀ ਜਾਂਦੀ ਹੈ। मतलब कि डाटाबेस ਵਿੱਚ बहुत ज़्यादा डाटा ਹੁੰਦਾ ਹੈ ਕਿ ਜੇਕਰ डाटा ਬਿਖਰਿਆ ਰਵੇ ਤਾਂ ਉਸ डाटा ਦਾ ਕੋਈ ਮੁੱਲ ਨਹੀਂ ਹੈ। ਉਸ डाटा ਨੂੰ ਅਰੇਂਜ ਕਰਨ ਲਈ ਅਸੀਂ ਨੋਰਮਲਾਈਜੇਸ਼ਨ ਦੀ ਮਦਦ ਲੈਂਦੇ ਹਾਂ। ਇਸ ਨਾਲ डाटाबेस ਤੇ ਕੰਮ ਕਰਨਾ ਆਸਾਨ ਹੋ ਜਾਂਦਾ ਹੈ। ਇਸ ਦੀ ਵਰਤੋਂ ਨਾਲ ਟੇਬਲ ਵਿੱਚੋਂ डाटा ਡੁਪਲੀਕੇਸੀ ਨੂੰ ਘੱਟ ਕੀਤਾ ਜਾ ਸਕਦਾ ਹੈ। मतलब कि ਜੇਕਰ ਕੋਈ ਰਿਕਾਰਡ ਬਾਰ-ਬਾਰ ਆ ਰਿਹਾ ਹੈ, ਕੋਈ ਫੀਲਡ ਬਾਰ-ਬਾਰ ਆ ਰਿਹਾ ਹੈ ਤਾਂ ਉਹਨੂੰ ਅਸੀਂ ਰਿਮੂਵ ਕਰ ਸਕਦੇ ਹਾਂ। ਨੋਰਮਲਾਈਜੇਸ਼ਨ ਡਾਟੇ ਨੂੰ ਪ੍ਰਭਾਵਸ਼ਾਲੀ ਅਤੇ ਗਠਿਤ ਬਣਾਉਂਦੀ ਹੈ। ਨੋਰਮਲਾਈਜੇਸ਼ਨ ਦੇ ਤਰੀਕੇ ਨੂੰ ਲਾਗੂ ਕਰਨ ਲਈ ਵੱਖੋ ਵੱਖ ਨੋਰਮਲ ਫਾਰਮਸ ਦੀ ਵਰਤੋਂ ਹੁੰਦੀ ਹੈ। मतलब ਜੇਕਰ ਆਪਾਂ ਨੋਰਮਲਾਈਜੇਸ਼ਨ ਕਿਸੇ ਟੇਬਲ ਤੇ ਲਾਗੂ ਕਰਨੀ ਹੈ ਉਹਦੇ ਲਈ ਵੱਖ-ਵੱਖ ਨੋਰਮਲ ਫਾਰਮਸ ਹੁੰਦੀਆਂ ਨੇ। ਟੇਬਲ ਹਮੇਸ਼ਾ ਕਿਸੇ ਨਾ ਕਿਸੇ ਨੋਰਮਲ ਫਾਰਮ ਵਿੱਚ ਹੁੰਦਾ ਹੈ ਤੇ ਨੋਰਮਲਾਈਜੇਸ਼ਨ ਬਾਰੇ ਜਾਂ ਨੋਰਮਲ ਫਾਰਮਸ ਬਾਰੇ ਦੱਸ ਦਵਾਂ ਕਿ ਨੋਰਮਲਾਈਜੇਸ਼ਨ ਕੀ ਕਰਦੀ ਹੈ ਜਾਂ ਨੋਰਮਲ ਫਾਰਮਸ ਕੀ ਕਰਦੀਆਂ ਨੇ, ਸਾਡੇ ਡਾਟਾਬੇਸ ਨੂੰ ਬਿਲਕੁਲ ਸਿੰਪਲ ਕਰ ਦਿੰਦੀਆਂ ਨੇ। ਤੇ ਨੋਰਮਲਾਈਜੇਸ਼ਨ 5 ਕਿਸਮ ਦੀ ਹੁੰਦੀ ਹੈ। मतलब कि ਨੋਰਮਲਾਈਜੇਸ਼ਨ 'ਚ 5 ਕਿਸਮ ਦੀ ਫਾਰਮਸ ਹੁੰਦੀਆਂ ਨੇ। ਨੰਬਰ 1 ਪਹਿਲੀ ਨੋਰਮਲ ਫਾਰਮ, ਦੂਜੀ ਨੋਰਮਲ ਫਾਰਮ, ਤੀਸਰੀ ਨੋਰਮਲ ਫਾਰਮ, ਚੌਥੀ ਨੋਰਮਲ ਫਾਰਮ ਤੇ ਪੰਜਵੀਂ ਨੋਰਮਲ ਫਾਰਮ। ਇਹ ਪੰਜੋਂ ਨੋਰਮਲ ਫਾਰਮ ਜਿਹੜੀਆਂ ਇਹ ਸਾਡੇ ਡਾਟਾਬੇਸ ਨੂੰ ਬਿਲਕੁਲ ਸਿੰਪਲ ਕਰ ਦਿੰਦੀਆਂ ਨੇ ਤੇ ਡਾਟਾਬੇਸ ਦੇ ਵਿੱਚ ਬਿਲਕੁਲ ਆਪਾਂ ਆਸਾਨ ਤਰੀਕੇ ਨਾਲ ਕੰਮ ਕਰ ਸਕਦੇ ਹਾਂ ਤੇ ਕੋਈ ਵੀ ਡਾਟਾ ਜਿਹੜਾ ਡੁਪਲੀਕੇਟ ਨਹੀਂ ਆਵੇਗਾ, ਜਿਹਦੇ ਨਾਲ ਕੀ ਹੋਏਗਾ ਸਾਡਾ ਡਾਟਾਬੇਸ ਮੈਮਰੀ ਵਿੱਚ ਘੱਟ ਤੋਂ ਘੱਟ ਸਪੇਸ ਲਵੇਗਾ। ਤੇ ਦੂਜਾ ਪ੍ਰਸ਼ਨ ਹੈ DBMS ਕੀ ਹੁੰਦਾ ਹੈ, ਇਸ ਦੇ ਲਾਭ ਅਤੇ ਹਾਨੀਆਂ ਦੱਸੋ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ DBMS ਦਾ ਪੂਰਾ ਨਾਮ ਕਿ DBMS ਦਾ ਪੂਰਾ ਨਾਮ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ। ਇਹ ਇੱਕ ਸਿਸਟਮ ਸੌਫਟਵੇਅਰ ਹੈ ਜਿਸ ਨਾਲ ਡਾਟਾਬੇਸ ਤਿਆਰ ਕੀਤਾ ਜਾਂਦਾ ਹੈ। मतलब कि ਇਹਦੀ ਮਦਦ ਨਾਲ ਅਸੀਂ ਡਾਟਾਬੇਸ ਤਿਆਰ ਕਰ ਸਕਦੇ ਹਾਂ। ਇਸ ਦੀ ਵਰਤੋਂ ਡਾਟਾਬੇਸ ਬਣਾਉਣ, ਐਡਿਟ ਕਰਨ, ਵਿਊ ਕਰਨ ਅਤੇ ਡਿਲੀਟ ਆਦਿ ਕਰਨ ਲਈ ਕੀਤੀ ਜਾਂਦੀ ਹੈ। मतलब कि DBMS ਦੀ ਮਦਦ ਨਾਲ ਆਪਾਂ ਡਾਟਾਬੇਸ ਬਣਾ ਸਕਦੇ ਹਾਂ, ਉਸ ਨੂੰ ਐਡਿਟ ਕਰ ਸਕਦੇ ਹਾਂ, ਵਿਊ ਕਰ ਸਕਦੇ ਹਾਂ, ਸਟੋਰ ਕਰ ਸਕਦੇ ਹਾਂ। ਇੱਥੋਂ ਤੱਕ ਕਿ ਜੇਕਰ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਚਾਹੀਦੀ ਉਸ ਨੂੰ ਡਿਲੀਟ ਵੀ ਕਰ ਸਕਦੇ ਹਾਂ। तो ਆਪਾਂ ਗੱਲ ਕਰਦੇ ਹਾਂ DBMS ਦੇ ਲਾਭ। ਨੰਬਰ 1 ਇਹ ਡਾਟਾ ਡੁਪਲੀਕੇਸੀ ਨੂੰ ਕੰਟਰੋਲ ਕਰਦਾ ਹੈ। मतलब कि DBMS ਡਾਟਾਬੇਸ ਦੇ ਵਿੱਚ ਡੁਪਲੀਕੇਟ ਡਾਟਾ ਨੂੰ ਨਹੀਂ ਆਉਣ ਦਿੰਦਾ। ਨੰਬਰ 2 ਇਸ ਦੀ ਮਦਦ ਨਾਲ ਡਾਟਾਬੇਸ ਨੂੰ ਕਈ ਯੂਜ਼ਰ ਵਿਚਕਾਰ ਵੰਡਿਆ ਜਾ ਸਕਦਾ ਹੈ। ਡਾਟਾਬੇਸ ਨੂੰ ਕਈ ਯੂਜ਼ਰ ਇੱਕੋ ਸਮੇਂ ਤੇ ਅਸੈਸ ਕਰ ਸਕਦੇ ਨੇ ਤੇ DBMS ਦੀ ਮਦਦ ਨਾਲ ਅਸੀਂ ਡਾਟਾਬੇਸ ਦੀ ਸ਼ੇਅਰਿੰਗ ਵੱਖ-ਵੱਖ ਯੂਜ਼ਰ ਵਿੱਚ ਕਰ ਸਕਦੇ ਹਾਂ। ਨੰਬਰ 3 ਇਹ ਡਾਟਾ ਬੈਕਅਪ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਡਾਟਾ ਬੈਕਅਪ ਦਾ ਮਤਲਬ ਹੈ ਕਿ ਮੰਨ ਲਓ ਆਪਾਂ ਡਾਟਾਬੇਸ ਤੇ ਕੰਮ ਕਰ ਰਹੇ ਹਾਂ, ਸਾਡਾ ਡਾਟਾ ਜਿਹੜਾ ਹੈ ਡਿਲੀਟ ਹੋ ਜਾਂਦਾ ਹੈ ਤੇ ਅਸੀਂ ਡਾਟਾ ਬੈਕਅਪ ਦੀ ਮਦਦ ਨਾਲ ਆਪਣਾ ਜਿਹੜਾ ਡਾਟਾ ਹੈ ਰਿਕਵਰ ਕਰ ਸਕਦੇ ਹਾਂ ਜਿਹੜਾ ਸਾਡਾ ਡਿਲੀਟ ਹੋ ਚੁੱਕਿਆ ਹੈ। ਤੇ ਨੰਬਰ 4 ਇਸ ਦੀ ਮਦਦ ਨਾਲ ਡਾਟਾ ਨੂੰ ਸੁਰੱਖਿਅਤ ਰੱਖਣਾ ਆਸਾਨ ਹੈ। ਸੁਰੱਖਿਅਤ ਰੱਖਣਾ मतलब ਕਿ ਇਹਨੂੰ ਅਸੀਂ ਇਨ ਫਿਊਚਰ ਆਪਣੀ ਹਾਰਡ ਡਿਸਕ ਵਿੱਚ ਜਾਂ ਕਿਸੇ ਵੀ ਪੋਰਟੇਬਲ ਡਿਵਾਈਸ ਵਿੱਚ ਸਟੋਰ ਕਰ ਸਕਦੇ ਹਾਂ, ਜਿੱਦਾਂ ਕਿ ਪੈਨ ਡਰਾਈਵ ਜਾਂ DVD 'ਚ। ਤੇ ਨੰਬਰ 5 ਇਸ ਵਿੱਚ ਅਸੀਂ ਕਿਸੇ ਵੀ ਕਿਸਮ ਦੇ ਡਾਟਾ ਨੂੰ ਸਟੋਰ ਕਰ ਸਕਦੇ ਹਾਂ। मतलब ਐਨੀ ਟਾਈਪ ਆਫ ਡਾਟਾ ਵੀ ਕੈਨ ਸਟੋਰ ਇਨ DBMS ਜਾਂ ਡਾਟਾਬੇਸ। ਅੱਗੇ ਹੈ DBMS ਦੀਆਂ ਹਾਨੀਆਂ। ਨੰਬਰ 1 DBMS ਨੂੰ ਵਰਤਣ ਲਈ ਸਾਨੂੰ ਟ੍ਰੇਨਿੰਗ ਦੀ ਲੋੜ ਹੋਵੇਗੀ। मतलब कि ਜੇਕਰ ਅਸੀਂ ਕਿਸੇ DBMS ਸੌਫਟਵੇਅਰ ਤੇ ਕੰਮ ਕਰਨਾ ਹੈ, ਅਸੀਂ ਇੱਕਦਮ ਬਹਿ ਕੇ ਉੱਤੇ ਕੰਮ ਨਹੀਂ ਕਰ ਸਕਦੇ, ਉਹਦੇ ਲਈ ਸਾਨੂੰ ਟ੍ਰੇਨਿੰਗ ਦੀ ਲੋੜ ਹੋਵੇਗੀ। ਉਸ ਤੋਂ ਬਾਅਦ ਹੀ ਆਪਾਂ DBMS ਤੇ ਕੰਮ ਕਰ ਸਕਦੇ ਹਾਂ। ਨੰਬਰ 2 ਡਾਟਾ ਦੇ ਖਰਾਬ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਾਂ ਬਹੁਤ ਜ਼ਿਆਦਾ ਹੁੰਦੀ ਹੈ। ਇਹਦੇ ਵਿੱਚ ਕੀ ਹੈ ਕਿ ਡਾਟਾਬੇਸ ਖਰਾਬ ਹੋਣ ਦੀ ਸੰਭਾਵਨਾ ਬੜੀ ਬਣੀ ਰਹਿੰਦੀ ਹੈ, ਜਦਕਿ ਆਪਾਂ ਬੈਕਅਪ ਲੈ ਸਕਦੇ ਹਾਂ, ਪਰ ਬੈਕਅਪ ਲਈ ਵੀ ਟ੍ਰੇਨਿੰਗ ਦੀ ਜ਼ਰੂਰਤ ਪਵੇਗੀ। ਤੇ ਨੰਬਰ 3 DBMS ਵਿੱਚ ਹਾਰਡਵੇਅਰ ਤੇ ਸੌਫਟਵੇਅਰ ਖਰਚ ਵੱਧ ਹੁੰਦਾ ਹੈ। ਕਿ ਜਦੋਂ ਆਪਾਂ ਕੋਈ ਮੈਨੂਅਲ ਸਿਸਟਮ 'ਚ ਕੰਮ ਕਰਦੇ ਹਾਂ ਤੇ ਸਾਨੂੰ ਹਾਰਡਵੇਅਰ ਤੇ ਸੌਫਟਵੇਅਰ ਖਰਚ ਬਿਲਕੁਲ ਨਹੀਂ ਹੁੰਦਾ, ਬਟ ਜਦੋਂ ਕੋਈ DBMS ਸਥਾਪਿਤ ਕਰਨਾ ਹੁੰਦਾ ਹੈ ਤੇ ਮਹਿੰਗੇ ਹਾਰਡਵੇਅਰ ਤੇ ਸੌਫਟਵੇਅਰ ਦੀ ਵਰਤੋਂ ਹੁੰਦੀ ਹੈ। ਨੰਬਰ 4 ਇਸ ਵਿੱਚ ਕੰਮ ਕਰਨਾ ਕਾਫੀ ਗੁੰਝਲਦਾਰ ਹੁੰਦਾ ਹੈ। मतलब DBMS ਤੇ ਕੋਈ ਆਮ ਪਰਸਨ ਕੰਮ ਨਹੀਂ ਕਰ ਸਕਦਾ, ਇਹ ਤੇ ਕੰਮ ਕਰਨਾ ਕੰਪਲੈਕਸ ਹੈ ਤੇ ਜਦੋਂ ਤੱਕ ਤੁਹਾਨੂੰ ਇਸ ਦੀ ਨੌਲੇਜ ਨਹੀਂ ਹੈ ਤੇ ਤੁਸੀਂ ਡਾਟਾਬੇਸ ਤੇ ਕੰਮ ਜਾਂ DBMS ਤੇ ਕੰਮ ਨਹੀਂ ਕਰ ਪਾਓਗੇ। ਤੇ ਨੰਬਰ 5 DBMS ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਬਹੁਤ ਔਖਾ ਹੁੰਦਾ ਹੈ। ਇਹ DBMS ਦੇ ਅੰਦਰ ਜੇਕਰ ਆਪਾਂ ਜੋ ਵੀ ਡਾਟਾ ਸਟੋਰ ਕੀਤਾ ਉਸ ਨੂੰ ਦੀ ਆਪਾਂ ਆਸਾਨੀ ਨਾਲ ਲੈ ਕੇ ਜਾ ਸਕਦੇ ਹਾਂ। ਅਗਰ DBMS ਨੂੰ ਪੋਰਟ ਕਰਨਾ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉਹ ਮੁਸ਼ਕਲ ਕੰਮ ਹੈ। ਪ੍ਰਸ਼ਨ ਨੰਬਰ 3 ਹੈ ਡਾਟਾ ਮਾਡਲ ਤੋਂ ਕੀ ਭਾਵ ਹੈ, ਇਸ ਦੇ ਭਾਗਾਂ ਬਾਰੇ ਵੀ ਦੱਸੋ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡਾਟਾ ਮਾਡਲ ਦੀ। ਡਾਟਾ ਮਾਡਲ ਇੱਕ ਤਰੀਕਾ ਹੈ ਜੋ ਸਾਨੂੰ ਡਾਟਾਬੇਸ ਦੇ ਸਟਰਕਚਰ ਬਾਰੇ ਜਾਣਕਾਰੀ ਦਿੰਦਾ ਹੈ। ਡਾਟਾ ਮਾਡਲ ਡਾਟਾ ਨੂੰ ਸੰਗਠਿਤ ਅਤੇ ਸਟੋਰ ਕਰਦਾ ਹੈ। ਡਾਟਾ ਮਾਡਲਸ ਦੇ 3 ਭਾਗ ਹੁੰਦੇ ਹਨ ਜਾਂ ਆਪਾਂ ਕਹਿ ਸਕਦੇ ਹਾਂ ਕਿ ਡਾਟਾ ਮਾਡਲ ਜਿਹੜੇ ਹੈ ਇਹ 3 ਕਿਸਮ ਦੇ ਹੁੰਦੇ ਹਨ।
ਤੇ ਇਹਨਾਂ ਦੀ ਵਰਤੋਂ DBMS ਵਿੱਚ ਕੀਤੀ ਜਾਂਦੀ ਹੈ। ਤੇ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਆਬਜੈਕਟ ਬੇਸਡ ਮਾਡਲ। ਇਸ ਦੀ ਵਰਤੋਂ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਬਾਈਨਰੀ ਮਾਡਲ, ਫੰਕਸ਼ਨਲ ਮਾਡਲ, ER ਮਾਡਲ ਆਦि। ਤੇ ER ਦੀ ਫੁੱਲ ਫਾਰਮ ਹੁੰਦੀ ਹੈ ਐਂਟੀਟੀ ਰਿਲੇਸ਼ਨਸ਼ਿਪ। ਨੰਬਰ 2 ਹੈ ਰਿਕਾਰਡ ਬੇਸਡ ਡਾਟਾ ਮਾਡਲ। ਇਸ ਦੀ ਵਰਤੋਂ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ, ਪਰ ਇਸ ਵਿੱਚ ਪੱਕੇ ਤੌਰ ਤੇ ਇੱਕ ਫਾਰਮੈਟ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਰਿਲੇਸ਼ਨਲ ਮਾਡਲ, ਨੈਟਵਰਕ ਮਾਡਲ ਤੇ ਹਾਇਰਾਰਕੀਕਲ ਮਾਡਲ। ਰਿਲੇਸ਼ਨਲ ਮਾਡਲ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਡਾਟਾ ਮਾਡਲ ਦੇ ਵਿੱਚ ਡਾਟਾ ਟੇਬਲ ਦੀ ਫਾਰਮ ਵਿੱਚ ਆਵੇ, ਮਤਲਬ ਰੋ ਅਤੇ ਕਾਲਮਾਂ ਦੀ ਫਾਰਮ ਵਿੱਚ ਆਵੇ, ਉਸ ਨੂੰ ਬੋਲਦੇ ਰਿਲੇਸ਼ਨਲ ਮਾਡਲ। ਤੇ ਨੈਟਵਰਕ ਮਾਡਲ ਦਾ ਮਤਲਬ ਹੁੰਦਾ ਹੈ ਕਿ ਜਿਹਦੇ ਵਿੱਚ ਨੋਡਸ ਦੀ ਫਾਰਮ 'ਚ ਆਵੇ, ਉਹਨੂੰ ਬੋਲਦੇ ਆ ਨੈਟਵਰਕ ਮਾਡਲ। ਤੇ ਹਾਇਰਾਰਕੀਕਲ ਮਾਡਲ ਕਿ ਜਿਹਦੇ ਵਿੱਚ ਟਰੀ ਦੀ ਸ਼ੇਪ ਵਿੱਚ ਅਸੀਂ ਡਾਟਾ ਨੂੰ ਪ੍ਰੈਜ਼ੈਂਟ ਕਰੀਏ, ਰੀਪ੍ਰੈਜ਼ੈਂਟ ਕਰੀਏ, ਉਹਨੂੰ ਬੋਲਦੇ ਆ ਹਾਇਰਾਰਕੀਕਲ ਮਾਡਲ। ਨੰਬਰ 3 ਤੇ ਲਾਸਟ ਹੈ ਫਿਜ਼ੀਕਲ ਡਾਟਾ ਮਾਡਲ। ਇਸ ਦੀ ਵਰਤੋਂ ਡਾਟਾਬੇਸ ਵਿੱਚ ਸਭ ਤੋਂ ਹੇਠਲੇ ਲੈਵਲ ਉੱਤੇ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਇਸ ਦੇ ਮੁੱਖ ਭਾਗ ਐਂਟੀਟੀ, ਐਟਰੀਬਿਊਟ ਅਤੇ ਰਿਲੇਸ਼ਨਸ਼ਿਪ ਆਦਿ ਹੁੰਦੇ ਹਨ। ਐਂਟੀਟੀ ਦਾ ਮਤਲਬ ਹੁੰਦਾ ਹੈ ਕਿ ਕੋਈ ਰਿਕਾਰਡ ਜਿਹੜਾ ਦੋ ਪਰਸਨਸ ਤੱਕ ਕਦੇ ਵੀ ਸੇਮ ਨਾ ਹੋਵੇ, ਉਸ ਨੂੰ ਬੋਲਦੇ ਆ ਐਂਟੀਟੀ। ਤੇ ਐਟਰੀਬਿਊਟ ਦਾ ਮਤਲਬ ਹੁੰਦਾ ਹੈ ਕੋਈ ਵੀ ਫੀਲਡ ਜਿਹਨੂੰ ਆਪਾਂ ਹੈਡਿੰਗ ਕਹਿੰਦੇ ਆ, ਰੋਲ ਨੰਬਰ, ਨੇਮ, ਕਲਾਸ ਜਿੱਦਾਂ ਅਸੀਂ ਯੂਜ਼ ਕਰਦੇ ਹਾਂ। ਤੇ ਰਿਲੇਸ਼ਨਸ਼ਿਪ ਦਾ ਮਤਲਬ ਕਿ ਜਦੋਂ ਦੋ ਟੇਬਲਸ ਵਿੱਚ ਸੰਬੰਧ ਸਥਾਪਿਤ ਕਰਨਾ ਹੋਵੇ ਤਾਂ ਉਸ ਨੂੰ ਬੋਲਦੇ ਆ ਰਿਲੇਸ਼ਨਸ਼ਿਪ। ਤੇ ਅੱਜ ਲਈ ਇੰਨਾ ਹੀ। ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ। ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਟੀਚਰ ਦੀ ਮਦਦ ਲੈ ਸਕਦੇ ਹੋ। ਧੰਨਵਾਦ।